ਇਹ ਫ਼ਰਕ ਜੇ ਫਨਕਾਰ ਦਾ ਔਰ ਸਿਆਸੀ ਫਨਕਾਰ ਦਾ। ਦੋਸਤੋ, ਜਿਹੜਾ ਸਾਡੇ ਕੋਲ ਵੋਟ ਨਹੀਂ ਲੈਂਦਾ ਲੇਕਿਨ ਸਾਡੇ ਵਾਸਤੇ ਉਹ ਗੱਲ ਕਰਦਾ ਦੂਜੇ ਮੁਲਕ ਜਾ ਕੇ ਵੀ, ਔਰ ਜਿਹੜਾ ਸਾਡੇ ਕੋਲ ਵੋਟ ਲੈਂਦਾ ਹੈ, ਸਬਜ਼ ਬਾਗ ਵੇਖਦੇ ਆ ਔਰ ਸਬਜ਼ ਬਾਗ ਵੇਖ ਕੇ ਤੇ ਉਹਨਾਂ ਨੂੰ ਵੋਟ ਵੀ ਦਿੰਦੇ ਆ, ਔਰ ਵੋਟ ਦੇਣ ਤੋਂ ਬਾਅਦ ਫਿਰ ਮੇਰੇ ਸ਼ਹਿਰ ਦੇ ਮੇਰੇ ਪਿੰਡ ਦੇ ਰਸਤੇ ਕੱਚੇ ਨੇ, ਉਹ ਮੈਨੂੰ ਬਣਵਾ ਦਿਓ ਤਾਂ ਕਿ ਮੇਰੇ ਪਿੰਡ ਦੇ ਜਿਹੜੇ ਵਾਸੀ ਨੇ, ਮੇਰੇ ਪਿੰਡ ਦੇ ਰਹਿਣ ਵਾਲੇ ਨੇ। ਬਿਸਮਿਲ੍ਲਾਹਿਰਰਹਿਮਾनिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਆਮੀਨ ਸੁਮਾ ਆਮੀਨ। ਦੋਸਤੋ, ਮੈਂ ਜਿਹੜੀ ਵੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨਾ ਵਾ, ਮੈਂ ਇਹਦੇ 'ਤੇ ਬਕਾਇਦਾ ਸਕ੍ਰਿਪਟ ਤਿਆਰ ਨਹੀਂ ਕਰਦਾ ਔਰ ਨਾ ਹੀ ਇਹਦੇ 'ਤੇ ਸੋਚਦਾ ਵਾਂ। ਬਸ ਬਾਹਰ ਨਿਕਲੀਦਾ ਜਦੋਂ ਖੇਤਾਂ ਦੀ ਸੈਰ ਕਰਨ ਵਾਸਤੇ, ਜਿਹੜੀ ਕੋਈ ਗੱਲ ਜ਼ਹਨ ਵਿੱਚ ਆ ਜਾਏ ਉਹ ਤੁਹਾਡੇ ਨਾਲ ਕੋਸ਼ਿਸ਼ ਕਰੀਦੀ ਹੈ ਕਿ ਸ਼ੇਅਰ ਕਰੀਏ। ਅੱਜ ਕਾफ़ी ਸੈਰ ਕਰਨ ਤੋਂ ਬਾਅਦ ਕੋਈ ਸਮਝ ਨਹੀਂ ਸੀ ਆ ਰਹੀ, ਲੇਕਿਨ ਇੱਕ ਗੱਲ ਯਾਦ ਆਈ, ਉਹ ਤੁਹਾਡੇ ਨਾਲ ਸ਼ੇਅਰ ਕਰਨੇ ਆ। ਇਸ ਤੋਂ ਪਹਿਲਾਂ ਤੁਹਾਡੇ ਅੱਗੇ ਗੁਜ਼ਾਰਿਸ਼ ਹੈ, ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਗੱਲ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਉਹ ਗੱਲ ਇਹ ਵੇ ਕਿ ਰੇਸ਼ਮਾ ਗੁਲੂਕਾਰਾਂ ਹੋਈਆਂ ਨੇ ਸਾਡੇ ਮੁਲਕ ਦੀਆਂ, ਪਾਕਿਸਤਾਨ ਦੀਆਂ। ਉਹਨਾਂ ਦੇ ਬਾਰੇ 'ਚ ਗੱਲ ਸੁਣੀ ਸੀ ਕਿ ਉਹ ਜਦੋਂ ਇੰਡੀਆ ਜਾਣਾ ਚਾਹ ਰਹੀ ਸੀ ਆਪਣੇ ਫਨ ਦਾ ਮੁਜ਼ਾਹਰਾ ਕਰਨ ਵਾਸਤੇ, ਅਤੇ ਉਹਦੇ ਦਿਲ 'ਚ ਖਿਆਲ ਆਇਆ ਕਿ ਮੈਨੂੰ ਕਦੀ ਦਲੀਪ ਕੁਮਾਰ ਸਾਹਿਬ ਨਾਲ ਮੇਰੀ ਮੁਲਾਕਾਤ ਹੋ ਜਾਏ ਅਤੇ ਮੇਰੇ ਵਾਸਤੇ ਇੱਕ ਐਜ਼ਾਜ਼ ਹੈ। ਉਹ ਜਦੋਂ ਇੰਡੀਆ ਚਲੀ ਗਈ ਅਤੇ ਉਹਨਾਂ ਦੇ ਦਿਲ ਦੀ ਜਿਹੜੀ ਹੈ ਨਾ ਆਰਜ਼ੂ ਉਹ ਪੂਰੀ ਹੋਈ, ਦਲੀਪ ਕੁਮਾਰ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਹੋਈ ਔਰ ਮੁਲਾਕਾਤ ਐਸੀ ਹੋਈ ਕਿ ਉਹਨਾਂ ਨੇ ਰਿਕੁਐਸਟ ਕੀਤੀ ਉਸ ਵਕਤ ਦੀ ਜਿਹੜੀ ਵਜ਼ੀਰ ਆਜ਼ਮ ਸੀ ਇੰਦਰਾ ਗਾਂਧੀ, ਕਿ ਇਹ ਪਾਕਿਸਤਾਨ ਤੋਂ ਫਨਕਾਰ ਆਏ ਨੇ, ਇਹਨਾਂ ਦੀ ਆਵਾਜ਼ ਵਿੱਚ ਤੁਸੀਂ ਥੋੜ੍ਹੇ ਸੁਣ ਲਵੋ ਇਹਨਾਂ ਕੋਲੋਂ ਵੀ, ਔਰ ਇਹਨਾਂ ਅੱਗੇ ਗੁਜ਼ਾਰਿਸ਼ ਕਰੋ ਕਿ ਇਹ ਸਾਨੂੰ ਕੁਝ ਸੁਣਾਉਣ। ਉਹਨਾਂ ਜਦੋਂ ਮੁਲਾਕਾਤ ਹੋਈ ਇੰਦਰਾ ਗਾਂਧੀ ਨਾਲ, ਅਤੇ ਇੰਦਰਾ ਗਾਂਧੀ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਪਾਕਿਸਤਾਨ ਦੀ ਬਜਾਏ ਇੰਡੀਆ 'ਚ ਹੀ ਰਹਿ ਜਾਵੋ, ਕਿਉਂਕਿ ਤੁਹਾਡੀ ਆਵਾਜ਼ ਬੜੀ ਸੁਰੀਲੀ ਹੈ ਔਰ ਸਾਨੂੰ ਪਸੰਦ ਆਈ ਔਰ ਸਾਡਾ ਦਿਲ ਲੈ ਕੇ ਤੁਸੀਂ ਸਾਡੇ ਮੁਲਕ ਵਾਸਤੇ ਜਿਹੜਾ ਨਾ ਗਾਓ। ਅਤੇ ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਆਪਣੇ ਮੁਲਕ ਪਾਕਿਸਤਾਨ ਹੀ ਵਾਪਸ ਜਾਵਾਂਗੀ ਔਰ ਉੱਥੇ ਜਾ ਕੇ ਹੀ ਆਪਣੇ ਫਨ ਦਾ ਮੁਜ਼ਾਹਰਾ ਕਰਾਂਗੀ। ਅਤੇ ਉਹਨਾਂ ਫਿਰ ਆਖਿਆ ਇਹਦੇ ਜਵਾਬ ਵਿੱਚ, ਤੁਸੀਂ ਅਗਰ ਸਾਡੇ ਕੋਲੋਂ ਕੋਈ ਖਾਹਿਸ਼ ਕਰਨੀ ਚਾਹੁੰਦੇ ਹੋ, ਸਾਡੇ ਕੋਲ ਕੁਝ ਮੰਗਣਾ ਚਾਹੁੰਦੇ ਹੋ ਅਤੇ ਮੰਗੋ, ਅਸੀਂ ਤੁਹਾਨੂੰ ਉਹ ਮੁਹੱਈਆ ਕਰੀਏ, ਤੁਹਾਡੀ ਇੱਜ਼ਤ ਅਫਜ਼ਾਈ ਕਰੀਏ। ਅਤੇ ਉਹਨੇ ਕਿਹਾ, ਸਾਡੇ ਲੋਕ ਸਨ, ਮੁਲਕ ਨਾਲ ਮੁਹੱਬਤ ਕਰਨ ਵਾਲੇ ਲੋਕ ਸਨ। ਉਹਨਾਂ ਕਿਹਾ ਕਿ ਮੈਨੂੰ ਦੌਲਤ ਤੁਹਾਡੇ ਕੋਲ ਨਹੀਂ ਚਾਹੀਦੀ, ਤੁਸੀਂ ਅਗਰ ਇਨਾਮ ਕਰਾਮ ਮੈਨੂੰ ਦੌਲਤ ਦੀ ਸ਼ਕਲ ਵਿੱਚ ਦੇਣਾ ਚਾਹੁੰਦੇ ਹੋ ਤਾਂ ਉਹ ਮੈਨੂੰ ਨਹੀਂ ਚਾਹੀਦੀ। ਮੇਰੇ ਸ਼ਹਿਰ ਦੇ ਮੇਰੇ ਪਿੰਡ ਦੇ ਰਸਤੇ ਕੱਚੇ ਨੇ, ਉਹ ਮੈਨੂੰ ਬਣਵਾ ਦਿਓ ਤਾਂ ਕਿ ਮੇਰੇ ਪਿੰਡ ਦੇ ਜਿਹੜੇ ਵਾਸੀ ਨੇ, ਮੇਰੇ ਪਿੰਡ ਦੇ ਰਹਿਣ ਵਾਲੇ ਨੇ, ਉਹ ਅਗਰ ਉੱਥੋਂ ਲੰਘਣਗੇ ਤਾਂ ਉਹਨਾਂ ਨੂੰ ਇਹ ਸਹੂਲਤ ਮਿਲ ਜਾਏਗੀ ਔਰ ਉਹ ਇਸ ਸਹੂਲਤ ਤੋਂ ਫਾਇਦਾ ਉਠਾ ਸਕਣ। ਇਹ ਮੇਰੇ ਵਾਸਤੇ ਐਜ਼ਾਜ਼ ਹੈ, ਮੇਰੇ ਵਾਸਤੇ ਖੁਸ਼ੀ ਵਾਲੀ ਗੱਲ ਹੈ। ਦੋਸਤੋ ਦੇਖੋ, ਫਨਕਾਰ ਆਦਮੀ ਦੂਜੇ ਮੁਲਕ ਜਾ ਕੇ ਵੀ ਆਪਣੇ ਸ਼ਹਿਰ ਦੀ, ਆਪਣੇ ਪਿੰਡ ਦੀ, ਆਪਣੇ ਦੇਸ਼ ਦੀ ਗੱਲ ਕਰਦਾ ਹੈ ਔਰ ਇਹਦੇ 'ਚ ਉਹ ਆਪਣਾ ਫਖਰ ਮਹਿਸੂਸ ਕਰਦਾ ਹੈ ਕਿ ਮੈਂ ਕਿਸੇ ਦੇ ਕੰਮ ਆਇਆ। ਲੇਕਿਨ ਦੂਸਰੀ ਤਰਫ ਸਾਡੇ ਮੁਲਕ ਦੇ ਉਹ ਸਿਆਸਤਦਾਨ ਜਿਨ੍ਹਾਂ ਨੂੰ ਅਸੀਂ ਵੋਟ ਦਿੰਦੇ ਹਾਂ, ਉਹਨਾਂ ਦੇ ਵਾਅਦਿਆਂ ਦੇ ਉੱਤੇ ਲੱਬੈਕ ਕਹਿੰਦੇ ਹਾਂ ਔਰ ਸੋਚਦੇ ਹਾਂ ਕਿ ਇਹ ਸਾਡੇ ਸ਼ਾਇਦ ਵਾਅਦੇ ਪੂਰੇ ਕਰਕੇ ਸਾਡੀਆਂ ਜਿਹੜੀਆਂ ਗਲੀਆਂ ਮਹੱਲੇ ਦੀਆਂ ਮਸਾਇਲ ਨੇ ਉਹ ਹੱਲ ਕਰ ਦੇਣਗੇ। ਲੇਕਿਨ ਅਸੀਂ ਜਦੋਂ ਵੀ ਇਲੈਕਸ਼ਨ ਆਉਂਦਾ ਉਦੋਂ ਅਸੀਂ ਇਹ ਸਬਜ਼ ਬਾਗ ਵੇਖਦੇ ਹਾਂ ਔਰ ਸਬਜ਼ ਬਾਗ ਵੇਖ ਕੇ ਅਤੇ ਉਹਨਾਂ ਨੂੰ ਵੋਟ ਵੀ ਦਿੰਦੇ ਹਾਂ ਔਰ ਵੋਟ ਦੇਣ ਤੋਂ ਬਾਅਦ ਫਿਰ ਕੀ ਕਰਨੇ ਆ ਕਿ ਉਹ ਹੀਲੇ ਬਹਾਨੇ ਉਹਨਾਂ ਦੇ ਜਿਹੜੇ ਸਾਰੀ ਜ਼ਿੰਦਗੀ ਸਾਡੇ ਨਾਲ ਉਹ ਕਰਦੇ ਨੇ ਔਰ ਸਾਡੇ ਜਜ਼ਬਾਤ ਦੇ ਨਾਲ ਖੇਡਦੇ ਨੇ। ਦੋਸਤੋ, ਕਿੰਨਾ ਫਰਕ ਹੈ, ਜਿਹੜਾ ਸਾਡੇ ਕੋਲ ਵੋਟ ਨਹੀਂ ਲੈਂਦਾ ਲੇਕਿਨ ਸਾਡੇ ਵਾਸਤੇ ਉਹ ਗੱਲ ਕਰਦਾ ਦੂਜੇ ਮੁਲਕ ਜਾ ਕੇ ਵੀ, ਔਰ ਜਿਹੜਾ ਸਾਡੇ ਕੋਲ ਵੋਟ ਲੈਂਦਾ ਉਹ ਸਾਨੂੰ ਮਿਲਦਾ ਵੀ ਨਹੀਂ। ਇਹ ਫ਼ਰਕ ਜੇ ਫਨਕਾਰ ਦਾ ਔਰ ਸਿਆਸੀ ਫਨਕਾਰ ਦਾ। ਦੋਸਤੋ, ਅੱਜ ਲਈ ਇੰਨਾ ਹੀ। ਵੀਡੀਓ
ਪਸੰਦ ਆਈ ਹੋਵੇ ਤਾਂ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ, ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ। ਜਿਉਂਦੇ ਰਹੋ, ਵਸਦੇ ਰਹੋ ਔਰ ਆਪਣੇ ਮੁਲਕ ਵਾਸਤੇ ਅੱਛਾ ਸੋਚਦੇ ਰਹੋ। ਗੱਲਾਂ ਅੱਛੀਆਂ ਲੱਗੀਆਂ ਹੋਣ ਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਲਾਜ਼ਮੀ ਕਰਿਆ ਜੇ। ਅੱਲਾ ਨਿਗਹਿਬਾਨ।